मुर्दाबाद पुलिस प्रशासन मुर्दाबाद अपने हिस्से की पंचायती जमीन लेके रहांगे अपने हिस्से की जमीन लेके रहांगे। ਅੱਜ ਸਮਾਣਾ ਦੇ ਵਿੱਚ ਜਿਹੜਾ ਦੁੱਲੜ ਪਿੰਡ ਜਿੱਥੇ ਹੁਣ ਤੋਂ 6 ਮਹੀਨੇ ਪਹਿਲਾਂ ਦਲਤਾਂ ਦੇ ਉੱਤੇ ਆਪਣੀ ਹਿੱਸੇ ਦੀ ਜਿਹੜੀ ਜ਼ਮੀਨ ਦੇ ਵਿੱਚੋਂ ਜੀਰੀ ਵੱਢਣ ਗਏ ਦਲਤ ਭਾਈਚਾਰੇ ਦੇ ਲੋਕਾਂ ਉੱਪਰ ਪਿੰਡ ਦੇ ਕੁਝ ਘੜਮ ਚੌਧਰੀਆਂ ਵੱਲੋਂ ਹਮਲਾ ਕਰਕੇ ਉਹਨਾਂ ਦੀਆਂ ਬਾਹਾਂ ਵੱਢੀਆਂ ਗਈਆਂ, ਉਹਨਾਂ ਦੇ ਸਿਰ ਪਾੜੇ ਗਏ, ਜਿਨ੍ਹਾਂ ਨੂੰ ਬਚਾਉਣ ਦੇ ਲਈ ਜਿੱਥੇ ਪਿਛਲੀ ਸਰਕਾਰ ਨੇ ਜਿਹੜਾ ਉਹ ਜ਼ੋਰ ਲਾ ਕੇ ਰੱਖਿਆ ਵੀ ਉਹਨਾਂ ਚੌਧਰੀਆਂ ਦਾ ਕੋਈ ਨੁਕਸਾਨ ਨਾ ਹੋਵੇ, ਹੁਣ ਉਸੇ ਪੈੜ ਦੇ ਵਿੱਚ ਪੈੜ ਧਰਦੇ ਹੋਏ ਸਮਾਣੇ ਦੇ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਦੀ ਸਰਕਾਰ ਇਸ ਗੱਲ ਦਾ ਦਾਅਵਾ ਕਰ ਰਹੀ ਆ ਵੀ ਅਸੀਂ ਜਿਹੜੀਆਂ ਦੱਬੀਆਂ ਹੋਈਆਂ ਪੰਚਾਇਤੀ ਜ਼ਮੀਨਾਂ ਨੇ, ਸਰਕਾਰੀ ਜ਼ਮੀਨਾਂ ਨੇ, ਉਹਨਾਂ ਨੂੰ ਛਡਾਵਾਂਗੇ, ਪਰ ਉਹਨਾਂ ਨੂੰ ਛਡਾਉਣ ਦੀ ਬਜਾਏ ਦੂਜੇ ਪਾਸੇ ਜਿਨ੍ਹਾਂ ਘੜਮ ਚੌਧਰੀਆਂ ਨੇ ਦੱਬੀ ਹੋਈ ਆ ਉਹਨਾਂ ਨੂੰ ਸ਼ਹਿ ਦੇਣ ਦੇ ਲਈ ਉਹਨਾਂ ਨੇ ਖੁੱਲੀ ਛੁੱਟੀ ਦੇਤੀ। SC ST ਐਕਟ ਦੇ ਤਹਿਤ ਪਰਚਾ ਦਰਜ ਹੋ ਚੁੱਕਿਆ, 6 ਮਹੀਨੇ ਹੋ ਗਏ, ਕੋਈ ਚਲਾਨ ਨਹੀਂ ਪੇਸ਼ ਹੋਇਆ। ਧਰਨਾ ਲਾਉਣ ਤੋਂ ਬਾਅਦ ਇੱਕ ਜਿਹੜਾ ਦੋਸ਼ੀ ਆ ਉਹਨੂੰ ਭਾਵੇਂ ਇਹਨਾਂ ਨੇ ਅਰੈਸਟ ਕਰ ਲਿਆ, ਪਰ ਜਿਹੜੇ ਬਾਕੀ ਸੀ ਉਹਨਾਂ ਨੂੰ ਇਨਕੁਆਇਰੀ ਦੇ ਨਾਂ ਥੱਲੇ ਜਿਹੜਾ ਉਹ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਕੇ ਰੱਖੀ ਹੋਈ ਆ। ਔਰ ਜਦੋਂ ਇਹਦੇ ਸਬੰਧ ਦੇ ਵਿੱਚ ਹਲਕੇ ਦੇ MLA ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਸ ਗੱਲ ਤੋਂ ਪੱਲਾ ਝਾੜਤਾ ਸਾਫ਼, ਤੇ ਇੱਥੋਂ ਦੀ ਤਹਿਸੀਲਦਾਰ ਜਿਹੜੀ ਦਲਤਾਂ ਨੂੰ ਇਸ ਗੱਲ ਦੀ ਧਮਕੀ ਮਾਰ ਰਹੀ ਆ ਬਈ ਉਹ ਬੰਦਿਆਂ ਨੇ ਜ਼ਮੀਨ ਦੱਬੀ ਹੋਈ ਆ, ਤੁਹਾਡਾ ਬੈਠ ਕੇ ਸਮਝੌਤਾ ਕਰਾ ਦਿੰਦੇ ਆ, ਤੁਸੀਂ ਆਪਦੀ 28 ਕਨਾਲ ਰੱਖ ਲਓ, ਉਹਨਾਂ ਨੇ ਜਿਹੜੇ 70 ਕਿੱਲੇ ਦੱਬੇ ਹੋਏ ਨੇ ਉਹਨਾਂ ਨੂੰ ਰੱਖ ਲੈਣ ਦਿਓ, ਜਿਹੜੇ ਕਿ ਦਲਤਾਂ ਦੇ ਹਿੱਸੇ ਬਣਦੇ ਨੇ, ਬੋਲੀ ਦੇ ਕੇ ਇਹਨਾਂ ਨੇ ਉਹਦੇ 'ਚ ਪੈਸੇ ਭਰੇ ਹੋਏ ਨੇ ਸਰਕਾਰੀ, ਪਰ ਉਹਨਾਂ ਨੂੰ ਸਮਝੌਤੇ ਦੇ ਨਾਂ ਥੱਲੇ ਉਸ ਜ਼ਮੀਨ ਨੂੰ ਜਿਹੜਾ ਰੱਖਣ ਦਾ ਅਧਿਕਾਰ ਦੇਣ ਵਾਲੇ ਪਾਸੇ ਤੁਰਦੇ ਨੇ, ਤੇ ਦੂਜੇ ਪਾਸੇ ਜਦੋਂ ਜਿਹੜੀ 28 ਕਨਾਲ ਦਾ ਪ੍ਰਸ਼ਾਸਨ ਰਾਹੀਂ ਕਬਜ਼ਾ ਹੋਇਆ ਸੀ, ਕੋਰਟ ਨੇ ਆਰਡਰ ਕੀਤੇ ਸੀ, ਉਸ ਨੂੰ ਉਲੰਘ ਕੇ ਉਹੀ ਦੋਸ਼ੀ ਜਿਨ੍ਹਾਂ ਦੇ ਉੱਤੇ SC ST ਐਕਟ ਤਹਿਤ ਦਲਤਾਂ ਦੀ ਕੁੱਟਮਾਰ ਕਰਨ ਦਾ ਜਿਹੜਾ ਪਰਚਾ ਦਰਜ ਹੋ ਚੁੱਕਿਆ, ਉਸ ਪਰਚੇ ਦੀ ਜਿਹੜੀ ਆ ਗ੍ਰਿਫਤਾਰੀ ਕਰਨ ਦੀ ਬਜਾਏ ਸਟੇ ਲਾਈ ਹੋਈ ਆ। ਔਰ ਉਹੀ ਗੁੰਡੇ ਸ਼ਰੇਆਮ ਜਿਹੜਾ ਅੱਜ ਜਦੋਂ ਇਹ SC ਭਾਈਚਾਰੇ ਦੇ ਲੋਕ ਆਪਣੇ ਹਿੱਸੇ ਦੀ ਜ਼ਮੀਨ ਦੇ ਵਿੱਚੋਂ ਕਣਕ ਵੱਢਣ ਗਏ ਤਾਂ ਇਹਨਾਂ ਦੀ ਜਿਹੜੀ ਕੰਬਾਈਨ ਆ ਉਹ ਰੋਕ ਕੇ ਉਹ ਗੁੰਡਾਗਰਦੀ ਕਰ ਰਹੇ ਨੇ। ਔਰ ਪੁਲਿਸ ਦਾ ਰਵੱਈਆ ਦੇਖੋ, ਜਦੋਂ ਪੁਲਿਸ ਨੂੰ ਫੋਨ ਕਰਦੇ ਆ ਤਾਂ SHO ਇਹ ਕਹਿ ਕੇ ਖਹਿੜਾ ਛਡਾਉਂਦਾ ਕਿ ਮੈਂ ਬਾਹਰ ਆ, ਕੀ ਉਹ ਸਾਰਾ ਥਾਣਾ ਆਪਦੇ ਨਾਲ ਲੈ ਗਿਆ? ਇਹ ਸਾਫ਼ ਪੋਜੀਸ਼ਨ ਆ, DSP ਫੋਨ ਚੱਕਣ ਤੋਂ ਕਿਨਾਰਾ ਕਰ ਰਹੀ ਆ। ਔਰ ਜਿਹੜੇ ਤਹਿਸੀਲਦਾਰ ਨੇ ਇਹ ਧਮਕੀ ਦਿੱਤੀ ਸੀ ਵੀ ਜੇ ਤੁਸੀਂ ਉਹਨਾਂ ਦੀ ਜ਼ਮੀਨ ਵੱਲ ਨੂੰ ਦੇਖੋਗੇ ਤਾਂ ਮੈਂ ਕਾਰਵਾਈ ਕਰੂੰ, ਅੱਜ ਉਹਦੇ ਮੂੰਹ ਦੇ ਵਿੱਚ ਤੰਦੂਆ ਪੈ ਗਿਆ। ਉਹ ਸਾਰੇ ਕਾਨੂੰਨ ਭੁੱਲ ਕੇ ਉਸ MLA ਦੀ ਸਰਪ੍ਰਸਤੀ ਆ ਜਿਹੜੀ ਉਹਦੇ ਹੇਠ ਦਲਤਾਂ ਨਾਲ ਜਿਹੜੀ ਧੱਕੇਸ਼ਾਹੀ ਕਰ ਰਹੀ ਆ। ਬਾਰ-ਬਾਰ MLA ਨੂੰ ਅਪੀਲ ਕਰਨ ਤੋਂ ਬਾਅਦ ਵੀ ਜ਼ਮੀਨ ਛਡਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਸ ਪੰਚਾਇਤ ਦਾ ਜਾਂ ਉਹਨਾਂ ਦਲਤਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਘੜਮ ਚੌਧਰੀਆਂ ਦੇ ਹੱਕ ਦੇ ਵਿੱਚ ਭੁਗਤ ਰਿਹਾ। ਜਿਵੇਂ ਇਦੋਂ ਪਹਿਲਾਂ ਅਕਾਲੀ ਕਾਂਗਰਸੀ ਗੁੰਡਾਗਰਦੀ ਕਰਦੇ ਸੀ, ਉਹਨਾਂ ਗੁੰਡਿਆਂ ਨੂੰ ਸ਼ਹਿ ਦਿੰਦੇ ਸੀ, ਉਵੇਂ ਹੀ ਆਮ ਆਦਮੀ ਪਾਰਟੀ ਦੇ MLA ਨੇ ਵੀ ਜਿਹੜਾ ਉਹ ਕਿਤੇ ਨਾ ਕਿਤੇ ਆਪਦੀ ਹਿੱਸੇਦਾਰੀ ਆ ਜਿਹੜੀ ਉਹ ਤੈਅ ਕਰ ਲਈ, ਜਿਹਦੇ ਖਿਲਾਫ ਅੱਜ ਸਮਾਣੇ ਸ਼ਹਿਰ ਦੇ ਵਿੱਚ ਮਾਰਚ ਕਰਕੇ SC ਭਾਈਚਾਰੇ ਦੇ ਲੋਕ ਨੇ ਜਿਹੜੇ ਉਹ DSP ਦਫ਼ਤਰ ਧਰਨਾ ਲਾਉਣ ਜਾ ਰਹੇ ਨੇ। ਔਰ ਹੈਰਾਨੀ ਦੀ ਗੱਲ ਇਹ ਆ ਵੀ ਜਦੋਂ ਇਹ ਲੋਕ ਇਕੱਠੇ ਹੋ ਕੇ ਪੁਲ ਦੇ ਉੱਪਰ ਆ ਕੇ ਬੈਠ ਗਏ ਤਾਂ 3 ਘੰਟਿਆਂ ਬਾਅਦ ਪੁਲਿਸ ਜਾਂਦੀ ਆ, ਜਦ ਕਿ ਪੁਲਿਸ ਨੂੰ ਪਤਾ ਵੀ ਉਸ ਪਿੰਡ ਦੇ ਵਿੱਚ ਪਹਿਲਾਂ ਕਿੰਨੀ ਵੱਢ ਟੁੱਕ ਹੋ ਚੁੱਕੀ ਆ, ਪਰ ਫਿਰ ਵੀ ਉਹਨਾਂ ਗੁੰਡਿਆਂ ਨੂੰ ਇਹ ਗੱਲ ਦੀ ਸ਼ਹਿ ਦਿੱਤੀ ਜਾ ਰਹੀ ਆ ਵੀ ਤੁਸੀਂ ਇਹਨਾਂ ਨੂੰ ਡਰਾ ਧਮਕਾ ਕੇ, ਕਿਉਂਕਿ ਇਹ SC ਭਾਈਚਾਰੇ ਨਾਲ ਸੰਬੰਧਿਤ ਨੇ, ਗਰੀਬ ਲੋਕ ਨੇ, ਇਸ ਕਰਕੇ ਵੀ ਇਹਨਾਂ ਨੂੰ ਡਰਾ ਧਮਕਾ ਕੇ ਤੁਸੀਂ ਇਹਨਾਂ ਨੂੰ ਜ਼ਮੀਨ ਦਾ ਕੇਸ ਵਾਪਸ ਕਰਾਉਣ ਵਾਲੇ ਪਾਸੇ ਕਰੋ, ਇਹਨਾਂ ਨੂੰ ਸਮਝੌਤੇ ਦੇ ਨਾਂ ਥੱਲੇ ਉਸ ਜ਼ਮੀਨ 'ਚੋਂ ਬਾਹਰ ਕਰੋ। ਇਸ ਗੱਲ ਦੇ ਉੱਤੇ SP ਸਿਟੀ ਸ਼ਰੇਆਮ ਜਿਨ੍ਹਾਂ ਕੋਲ ਇਹ ਇਨਕੁਆਇਰੀ ਲੱਗੀ ਉਹਨਾਂ ਨੇ ਕਿਹਾ ਵੀ MLA ਸਾਹਿਬ ਦਾ ਫੋਨ ਆਇਆ, ਤੁਸੀਂ ਇਹਦਾ ਸਮਝੌਤਾ ਕਰੋ, ਪਰ ਅਸੀਂ ਦੇਖਦੇ ਹਾਂ ਵੀ ਜਿਹੜੀ ਆਮ ਆਦਮੀ ਪਾਰਟੀ ਇਸ ਗੱਲ ਦੀ ਦਾਅਵੇਦਾਰੀ ਕਰ ਰਹੀ ਆ
ਬਈ ਅਸੀਂ ਉਹ ਪੰਚਾਇਤੀ ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਹਟਾਉਣੇ ਆ। ਕੀ ਉਸ ਐਸਪੀ ਸਿਟੀ ਦੇ ਖਿਲਾਫ ਕਾਰਵਾਈ ਕਰਦੇ ਨੇ? ਕੀ ਜਿਹੜਾ ਨਜਾਇਜ਼ ਤੌਰ ਤੇ ਅੱਜ ਉਸ ਜ਼ਮੀਨ ਦੇ ਵਿੱਚ ਰੋਕਣ ਦੇ ਲਈ ਗਿਆ, ਕੀ ਉਹਦੇ ਖਿਲਾਫ ਕੋਈ ਕਾਰਵਾਈ ਕਰਦੇ ਨੇ? ਜੇ ਨਹੀਂ ਕਰਦੇ ਤਾਂ ਇਹ ਸਾਫ਼ ਨਜ਼ਰ ਆਉਂਦਾ ਵੀ ਜਿਵੇਂ ਖੁੱਲ੍ਹ ਕੇ ਉਹ ਉਹਨਾਂ ਚੌਧਰੀਆਂ ਦੇ ਹੱਕ ਦੇ ਵਿੱਚ ਆਏ ਨੇ, ਉਹਨਾਂ ਨੇ ਉਹਨਾਂ ਦਾ ਹੀ ਪੱਖ ਪੂਰਨਾ। ਇਸ ਕਰਕੇ ਅਸੀਂ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਲਾਨ ਕਰਦੇ ਹਾਂ ਵੀ ਭਾਵੇਂ ਜਿਵੇਂ ਦੀ ਮਰਜ਼ੀ ਲੜਾਈ ਲੜਨੀ ਪਵੇ, ਨਾ ਤਾਂ ਅਸੀਂ ਆਪਣੇ ਹਿੱਸੇ ਦੀ ਕਣਕ ਛੱਡਾਂਗੇ, ਨਾ ਆਪਣੇ ਹਿੱਸੇ ਦੀ ਜ਼ਮੀਨ ਛੱਡਾਂਗੇ। ਉਹਦੇ ਲਈ ਜੇ ਪ੍ਰਸ਼ਾਸਨ ਆਪਦਾ ਹੱਥ ਚੱਕ ਰਿਹਾ ਤਾਂ ਫਿਰ ਅਸੀਂ ਆਪਣੇ ਲੋਕਾਂ ਨੂੰ ਇਸ ਗੱਲ ਦੀ ਜ਼ਰੂਰ ਅਪੀਲ ਕਰਾਂਗੇ ਵੀ ਫਿਰ ਡੰਡਿਆਂ ਦੀ ਥਾਂ ਤੇ ਅਸੀਂ ਵੀ ਗੰਡਾਸਿਆਂ ਨੂੰ ਹੱਥ ਪਾਈਏ। ਉਹ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ। ਔਰ ਉਹਦੇ ਲਈ ਇਹ ਪਟਿਆਲੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਆ ਜਿਹੜਾ ਜ਼ਿੰਮੇਵਾਰ ਹੋਊ, ਜਿਹੜਾ ਉਸ ਜ਼ਮੀਨ ਦੀ ਦਲਾਲੀ ਖਾ ਕੇ ਇਹਨਾਂ ਦਲਿਤਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਿਹਾ। ਔਰ ਉਹਦੇ ਲਈ ਅੱਜ ਅਸੀਂ ਡੀਐਸਪੀ ਦਫ਼ਤਰ ਜਿਹੜਾ ਜਾ ਰਹੇ ਹਾਂ ਬਈ ਤਾਂ ਜੋ ਸਾਡੇ ਹਿੱਸੇ ਦੀ ਜਿਹੜੀ ਜ਼ਮੀਨ ਆ ਉਹਨੂੰ ਬਚਾਇਆ ਜਾ ਸਕੇ। ਔਰ ਇਕੱਲਾ ਬਚਾਇਆ ਹੀ ਨਹੀਂ, ਜਿਹੜੇ ਦੋਸ਼ੀ ਉੱਥੇ ਪਰਚੇ ਦਰਜ ਹੋਣ ਤੋਂ ਬਾਅਦ ਵੀ ਉਸ ਜ਼ਮੀਨ 'ਚ ਸਾਡੇ ਹਿੱਸੇ ਦੀ ਕਣਕ ਵੱਢਣ ਤੋਂ ਰੋਕਣ ਲਈ ਆਏ ਨੇ, ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਉਹ ਹੋਵੇ ਤਾਂ ਕਿ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਕੇ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਜਿਹੜਾ ਉਹ ਸਿੱਟਿਆ ਜਾ ਸਕੇ। ਔਰ ਹੁਣ ਜਿਹੜੀ ਇੱਕ ਜਾਣਕਾਰੀ ਮਿਲੀ ਆ ਵੀ ਪੁਲਿਸ ਹੁਣ ਕੰਬਾਈਨ ਆਪ ਲੱਭਣ ਗਈ ਆ ਵੀ ਅਸੀਂ ਤੁਹਾਨੂੰ ਕੋਈ ਕੰਬਾਈਨ ਦਵਾ ਕੇ ਤੁਹਾਡੀ ਕਣਕ ਵਢਾਉਂਦੇ ਆ। ਪਰ ਕੀ ਸਵਾਲ ਇਕੱਲਾ ਧਰਨਾ ਲਾਉਣ ਤੋਂ ਬਾਅਦ ਕਣਕ ਵਢਾਉਣ ਤੱਕ ਦਾ? ਜਾਇਜ਼ ਧਮਕੀਆਂ ਦੇ ਰਹੇ ਨੇ, ਪਹਿਲਾਂ ਦਲਤਾਂ ਦੀ ਵੱਢ ਟੋਕ ਕਰ ਚੁੱਕੇ ਨੇ, ਹੁਣ ਫੇਰ ਉੱਥੇ ਧਮਕੀਆਂ ਦੇ ਰਹੇ ਨੇ। ਉਹਨਾਂ ਨੂੰ ਨੱਥ ਪਾਉਣਾ ਕੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ? ਜੇ ਪੁਲਿਸ ਪ੍ਰਸ਼ਾਸਨ ਇਸ ਤੋਂ ਟਾਲਾ ਵੱਢਦਾ ਤਾਂ ਇਹਦਾ ਸਿੱਧਾ ਜ਼ਿੰਮੇਵਾਰ ਇੱਥੋਂ ਆਮ ਆਦਮੀ ਪਾਰਟੀ ਦਾ ਐਮਐਲਏ ਆ, ਜਿਹਦੀ ਸ਼ਹਿਰ ਦੇ ਉੱਤੇ ਜਦੋਂ ਦਲਤਾਂ ਨੂੰ ਇੱਕ ਸਟੇ ਮਿਲਦੀ ਆ ਪੂਰੀ ਜ਼ਮੀਨ ਦੇ ਉੱਤੇ ਵੀ ਤੁਸੀਂ ਬੋਲੀ ਲਾਈ, ਤੁਸੀਂ ਇਹ ਜ਼ਮੀਨ ਆ ਜਿਹੜੀ ਤੇ ਤੁਸੀਂ ਇਸ ਜ਼ਮੀਨ ਨੂੰ ਜਿਹੜਾ ਉਹ ਠੇਕੇ ਤੇ ਲਓ, ਪਰ ਉਹਨਾਂ ਦੀ ਕਾਰਵਾਈ ਕਰਨ ਦੀ ਬਜਾਏ 1 ਤਰੀਕ ਨੂੰ ਇਹ ਉਹ ਸਟੇ ਦੇ ਆਰਡਰ ਇੱਥੇ ਤਹਿਸੀਲਦਾਰ ਦਫ਼ਤਰ ਦੇ ਵਿੱਚ ਦੇ ਕੇ ਜਾਂਦੇ ਨੇ। ਔਰ 1 ਹਫ਼ਤੇ ਬਾਅਦ ਜਦੋਂ ਉਹ ਕਾਰਵਾਈ ਵਾਸਤੇ ਪੁੱਛਣ ਜਾਂਦੇ ਨੇ ਤਾਂ ਪੂਰੇ ਦਾ ਪੂਰਾ ਕਾਪੀ ਇਹਨਾਂ ਦੇ ਪੁਲਿਸ ਦਫ਼ਤਰ ਦੇ ਵਿੱਚੋਂ ਗਾਇਬ ਹੁੰਦੀ ਆ। ਸਰਕਾਰੀ ਰਿਕਾਰਡ ਗਾਇਬ ਹੋਣ ਦਾ ਕਿਸੇ ਅਧਿਕਾਰੀ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹਦਾ ਸਿੱਧਾ ਮਤਲਬ ਕੀ ਆ? ਰਿਸੀਵਿੰਗ ਨੰਬਰ ਹੋਣ ਦੇ ਰਿਸੀਵਿੰਗ ਦਾ ਨੰਬਰ ਆ ਉਹ ਹੋਣ ਦੇ ਬਾਵਜੂਦ ਉਹ ਕਹਿੰਦੇ ਨੇ ਸਾਨੂੰ ਜਿਹੜਾ ਤੁਹਾਡੇ ਵੱਲੋਂ ਦਿੱਤੀ ਦਰਖਾਸਤ ਆ ਉਹ ਲੱਭ ਨਹੀਂ ਰਹੀ, ਕਿਉਂਕਿ ਦੂਜੀ ਧਿਰ ਨੂੰ ਉਹਨਾਂ ਨੇ ਮੌਕਾ ਦਿੱਤਾ ਵੀ ਤੁਸੀਂ ਹਾਈ ਕੋਰਟ ਦੇ ਵਿੱਚੋਂ ਜਾ ਕੇ ਆਪਦੀ ਜ਼ਮੀਨ ਬਚਾਉਣ ਲਈ ਜਿਹੜੀ ਸਟੇ ਲਿਆਓ। ਉੱਥੇ ਪੁਲਿਸ ਰੋਕਦੀ ਆ ਵੀ ਤੁਸੀਂ 3 ਦਿਨ ਰੁਕ ਜਾਓ, 4 ਦਿਨ ਅਸੀਂ ਤੁਹਾਡੀ ਕਾਰਵਾਈ ਕਰਾਂਗੇ। ਪਰ 4 ਦਿਨਾਂ ਬਾਅਦ ਸਟੇਟਸ ਕੋ ਦਾ ਆਰਡਰ ਲਿਆ ਕੇ ਹੱਥ 'ਤੇ ਰੱਖ ਦਿੱਤਾ ਜਾਂਦਾ ਤੇ ਫਿਰ ਉਹੀ ਤਹਿਸੀਲਦਾਰ ਜਿਹੜੀ ਵਿਚਾਰੀ ਬਣੀ ਹੋਈ ਸੀ ਉਹ ਸ਼ੇਰ ਵਾਂਗੂ ਦਹਾੜਦੀ ਆ ਵੀ ਉਹਨਾਂ ਦੀ ਜ਼ਮੀਨ 'ਚ ਜਾਣ ਤੋਂ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ, ਪਰ ਜਦੋਂ ਸਾਡੇ ਹੱਥ 'ਚ ਉਹ ਵਾਰੰਟ ਸੀ ਉਦੋਂ ਸਾਨੂੰ ਕਿਵੇਂ ਰੋਕਿਆ ਗਿਆ? ਇਹ ਸਾਰੇ ਸਵਾਲ ਇਸ ਗੱਲ ਨੂੰ ਸਾਫ਼ ਕਰਦੇ ਨੇ ਬਈ ਇੱਥੋਂ ਦੇ ਐਮਐਲਏ ਦੀ ਪੂਰੀ ਸ਼ਹਿ ਆ। ਜਿਵੇਂ ਅਕਾਲੀ ਕਾਂਗਰਸੀ ਗੁੰਡਾਗਰਦੀ ਨੂੰ ਸ਼ਹਿ ਦਿੰਦੇ ਸੀ, ਉਸੇ ਤਰ੍ਹਾਂ ਅੱਜ ਇੱਥੇ ਜਿਹੜਾ ਸਮਾਣੇ ਦਾ ਐਮਐਲਏ ਆ ਜੋੜਾ ਮਾਜਰਾ, ਉਹ ਇੱਥੋਂ ਦੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਸ਼ਹਿ ਦੇ ਰਿਹਾ। ਜੇ ਉਹ ਸ਼ਹਿ ਨਹੀਂ ਦੇ ਰਹੇ ਤਾਂ ਇਹਨਾਂ ਦੋਸ਼ੀਆਂ ਦੇ ਖਿਲਾਫ ਉਹ ਕਾਰਵਾਈ ਕਿਉਂ ਨਹੀਂ ਕਰਦੇ? ਜਿਹੜੇ ਇਸ ਗੱਲ ਦੇ ਦਾਅਵੇ ਕਰਦੇ ਨੇ ਅਸੀਂ ਕੋਈ ਏਐਸਆਈ ਸਸਪੈਂਡ ਕਰਤਾ, ਅਸੀਂ ਕਿਸੇ ਹੌਲਦਾਰ ਨੂੰ ਸਸਪੈਂਡ ਕਰਤਾ, ਉਹਨਾਂ ਵਿਚਾਰੇ ਛੋਟੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾ ਰਿਹਾ, ਪਰ ਜਿਹੜੇ ਅਫਸਰ ਉਹਨਾਂ ਗੁੰਡਿਆਂ ਨੂੰ ਨੱਥ ਪਾਉਣ ਦੀ ਬਜਾਏ ਉਹਨਾਂ ਨੂੰ ਸ਼ਹਿ ਦੇ ਰਹੇ ਨੇ, ਉਹਨਾਂ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ? ਜਿਹੜਾ ਐਸਪੀ ਸਿਟੀ ਪਟਿਆਲੇ ਦਾ ਸ਼ਰੇਆਮ ਇਹ ਕਹਿੰਦਾ ਕਿ ਐਮਐਲਏ ਨੇ ਕਿਹਾ ਵੀ ਸਮਝੌਤਾ ਕਰ ਲਓ, ਨਹੀਂ ਤੁਹਾਡਾ SC/ST ਐਕਟ ਵੀ ਅਸੀਂ ਤੋੜ ਦਾਂਗੇ, ਤਾਂ ਇਹਦਾ ਮਤਲਬ ਕੀ ਆ? ਕੀ ਉਸ ਐਸਪੀ ਸਿਟੀ ਦੇ ਖਿਲਾਫ ਕਾਰਵਾਈ ਨਹੀਂ ਬਣਦੀ? ਨਹੀਂ, ਉਹਨਾਂ ਅਫਸਰਾਂ ਦੇ ਖਿਲਾਫ ਇਹ ਕਦੇ ਕਾਰਵਾਈ ਨਹੀਂ ਕਰਨਗੇ ਜਿਹੜੇ ਪੈਸੇ ਲੈ ਕੇ ਜਾਂ ਸਿਆਸੀ
ਕੁੱਤੇ ਬਣ ਕੇ ਉਹਨਾਂ ਦੇ ਮੂਹਰੇ ਪੂੰਛ ਲਾਉਂਦੇ ਨੇ। ਜੇ ਕੋਈ ਅਫਸਰ ਕੋਈ ਜੁਰਤ ਨਾਲ ਫੈਸਲਾ ਲੈਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹਨਾਂ ਦੇ ਤਬਾਦਲੇ ਕੀਤੇ ਜਾਂਦੇ ਨੇ। ਔਰ ਅੱਜ ਜੇ ਇਹ ਸਮਾਣੇ ਦਾ ਪ੍ਰਸ਼ਾਸਨ ਇਸ ਤਰ੍ਹਾਂ ਦੀ ਗੁੰਡਾਗਰਦੀ ਕਰ ਰਿਹਾ ਤਾਂ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਤੇ ਅੱਜ ਇੱਕ ਸੰਕੇਤਕ ਜਿਹੜਾ ਮਾਰਚ ਕਰਕੇ ਸ਼ਹਿਰ ਦੇ ਵਿੱਚ ਡੀਐਸਪੀ ਦਫ਼ਤਰ ਧਰਨਾ ਲਾ ਕੇ ਇਸ ਗੱਲ ਨੂੰ ਲੋਕਾਂ ਸਾਹਮਣੇ ਰੱਖਣਾ ਚਾਹੁੰਦੇ ਆ ਵੀ ਜਿਹੜੀ ਆਮ ਆਦਮੀ ਪਾਰਟੀ ਤੋਂ ਲੋਕ ਇਹ ਆਸ ਕਰ ਰਹੇ ਨੇ। ਬਹੁਤ ਸਾਰੇ ਲੋਕ ਅਮਰੀਕ ਬੁਲਾਉਣਾ ਬੜਾ ਪੁੱਛੀ ਕਿੱਥੇ ਆ, ਜਿਹੜੇ ਲੋਕ ਇਸ ਗੱਲ ਦੀ ਸ਼ਹਿ ਦੇ ਰਹੇ ਨੇ ਬਈ ਜੀ ਨਵੀਂ ਸਰਕਾਰ ਬਣੀ ਹੈ, ਇਹਨਾਂ ਨੂੰ ਤੁਸੀਂ ਮੌਕਾ ਦਿਓ। ਜੇ ਮੌਕੇ ਦੀ ਇਹ ਗੱਲ ਆ ਤਾਂ ਜਿਹੜੇ ਦਲਤਾਂ ਦੀ ਇੱਥੇ ਵੱਢ ਟੁੱਕ ਹੋਈ ਆ 90 ਦਿਨਾਂ 'ਚ ਚਲਾਨ ਪੇਸ਼ ਕਰਨਾ ਹੁੰਦਾ, 6 ਮਹੀਨੇ ਲੰਘਣ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਚਲਾਨ ਪੇਸ਼ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਣ ਦੀ ਜਿਹੜੇ ਅਫਸਰ ਕੋਸ਼ਿਸ਼ ਕਰ ਰਹੇ ਨੇ। ਕੀ ਉਹਨਾਂ 'ਤੇ ਕਾਰਵਾਈ ਇਹ ਸਰਕਾਰ ਕਰਾਊਗੀ? ਕੀ ਐਮਐਲਏ ਇਸ ਗੱਲ ਦੇ ਵਿੱਚੋਂ ਆਪਦਾ ਹੱਥ ਪਿੱਛੇ ਖਿੱਚੂਗਾ ਵੀ ਉਹ ਜ਼ਮੀਨ ਜਿਹੜੀ ਦਲਤ ਪਿਛਲੇ 15 ਸਾਲਾਂ ਤੋਂ ਕੇਸ ਲੜ ਕੇ ਆਪਦੇ ਦਿਹਾੜੀ ਦੇ ਖੂਨ ਪਸੀਨੇ ਦੇ ਪੈਸੇ ਖਰਚ ਕੇ ਉਸ ਜ਼ਮੀਨ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦਾ ਕੀ ਰਾਹ ਦੇ ਵਿੱਚ ਜਿਹੜਾ ਅੜਿੱਕਾ ਬਣ ਰਿਹਾ ਪ੍ਰਸ਼ਾਸਨ ਉਹਨੂੰ ਉਹ ਵਾਰਨਿੰਗ ਦਊਗਾ? ਨਹੀਂ, ਇਹ ਬਿਲਕੁਲ ਉਹੀ ਅਕਾਲੀ ਕਾਂਗਰਸੀਆਂ ਦੀ ਲਾਈਨ ਦੇ ਉੱਤੇ ਚੱਲ ਰਹੇ ਨੇ। ਇਸ ਕਰਕੇ ਫਿਰ ਇੱਕੋ ਹੀ ਰਾਹ ਬਚਦਾ ਜਿਹੜਾ ਝੰਡੇ ਤੇ ਡੰਡੇ ਦਾ ਰਾਹ, ਜਿਹਦੇ ਰਾਹੀਂ ਅੱਜ ਅਸੀਂ ਇੱਥੋਂ ਦੇ ਡੀਐਸਪੀ ਦੇ ਖਿਲਾਫ ਜਿਹੜਾ ਸ਼ਹਿਰ ਦੇ ਵਿੱਚ ਮੁਜ਼ਾਹਰਾ ਕਰਕੇ ਇਹ ਮੰਗ ਕਰਨ ਚੱਲੇ ਆ ਵੀ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਹੋਵੇ ਤਾਂ ਜੋ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾ ਸਕੇ। ਔਰ ਤੁਸੀਂ ਦੇਖ ਸਕਦੇ ਹੋ ਵੀ ਸੀਜ਼ਨ ਚੱਲ ਰਿਹਾ, ਐਨ ਸੀਜ਼ਨ ਦੇ ਵਕਤ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਕੋਈ ਨੇ ਤੂੜੀ ਦਾ ਸੀਜ਼ਨ ਲਾ ਕੇ, ਕਿਸੇ ਨੇ ਕਣਕ ਵੱਢ ਕੇ 4 ਦਾਣੇ ਆਪਦੇ ਪਰਿਵਾਰਾਂ ਦੇ ਲਈ ਇਕੱਠੇ ਕਰਨੇ ਸੀ, ਉਹਨਾਂ ਨੂੰ ਸੜਕਾਂ ਦੇ ਉੱਤੇ ਰੋਲਣ ਲਈ ਮਜਬੂਰ ਹੋਣਾ ਪੈ ਰਿਹਾ। ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ? ਔਰ ਜੇ ਇਹੀ ਆ ਤਾਂ ਫਿਰ ਇਹਨਾਂ ਦੇ ਖਿਲਾਫ ਵੀ ਉਸੇ ਤਰ੍ਹਾਂ ਤਿੱਖਾ ਸੰਘਰਸ਼ ਆ ਜਿਹੜਾ ਉਹ ਕਰਨ ਲਈ ਅਸੀਂ ਤਿਆਰ ਹਾਂ। ਜਿਵੇਂ ਅਸੀਂ ਉਹਨਾਂ ਲੀਡਰਾਂ ਨੂੰ ਇੱਥੇ ਗੋਡਨੀ ਲਵਾ ਕੇ ਆਪਣੇ ਹਿੱਸੇ ਦੀਆਂ ਸੰਗਰੂਰ ਦੇ ਵਿੱਚ ਜ਼ਮੀਨਾਂ ਪ੍ਰਾਪਤ ਕੀਤੀਆਂ ਨੇ, ਇਸ ਜ਼ਮੀਨ ਨੂੰ ਵੀ ਅਸੀਂ ਕਿਸੇ ਵੀ ਹਾਲ ਨਹੀਂ ਜਾਣ ਦੇਵਾਂਗੇ, ਚਾਹੇ ਉਹਦੇ ਲਈ ਪਹਿਲਾਂ ਮਾਤਾ ਗੁਰਦੇਵ ਕੌਰ ਨੂੰ ਆਪਦੀ ਕੁਰਬਾਨੀ ਕਰਨੀ ਪਈ ਆ, ਚਾਹੇ ਕਿਸੇ ਹੋਰ ਨੂੰ ਇੱਥੇ ਕੁਰਬਾਨੀ ਕਰਨੀ ਪਵੇ। ਇਸ ਕਰਕੇ ਅਸੀਂ ਸਮੁੱਚੇ ਜਿਹੜੇ ਐਸੀ ਭਾਈਚਾਰੇ ਦੇ ਨਾਲ ਹਮਦਰਦੀ ਰੱਖਦੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਇਹਨਾਂ ਲੋਕਾਂ ਦਾ ਸਾਥ ਦੇਣ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਆ ਉਹ ਸੀਐਮ ਸਾਹਿਬ ਦੀ ਕੋਠੀ ਅੱਗੇ, ਜਿਹੜਾ ਅਸੀਂ ਕਹਿੰਦੇ ਸੀ ਵੀ ਅਸੀਂ ਮੁਲਾਕਾਤ ਕਰਕੇ ਮਸਲੇ ਦੱਸਣੇ ਨੇ, ਪਰ ਕੋਈ ਮੁਲਾਕਾਤ ਦਾ ਜਿਹੜਾ ਸਮਾਂ ਨਹੀਂ ਮਿਲ ਰਿਹਾ, ਉਹ ਫਿਰ ਪ੍ਰਦਰਸ਼ਨ ਰਾਹੀਂ ਅਸੀਂ ਕਰਾਂਗੇ। ਔਰ ਦੂਜੀ ਗੱਲ, ਇੱਥੇ ਜਿਹੜੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲੱਗਦੇ ਨੇ ਜਿਹਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਵੀ ਚੱਕੇ, ਬਹੁਤ ਸਾਰੇ ਲੋਕ ਸਾਨੂੰ ਇਹ ਪੁੱਛ ਰਹੇ ਸੀ ਵੀ ਕੀ ਹੁਣ ਕਿਸਾਨ ਮਜ਼ਦੂਰ ਏਕਤਾ ਹੋਗੀ? ਪਰ ਤੁਹਾਨੂੰ ਦੱਸ ਦਈਏ ਵੀ ਇਸ ਪਿੰਡ ਦੇ ਵਿੱਚ ਦਲਤਾਂ ਦੀ ਕੁੱਟਮਾਰ ਕਰਨ ਦੀ ਸ਼ਹਿ ਦੇਣ ਵਾਲੇ, ਜਿੱਥੇ ਇਹ ਆਪ ਸਰਕਾਰ ਉਹਨਾਂ ਦੀ ਸ਼ਹਿਰ ਦੇ ਉੱਤੇ ਖੜੀ ਆ, ਉੱਥੇ ਡਾਕਟਰ ਦਰਸ਼ਨਪਾਲ ਜੀ ਦੀ ਜਿਹੜੀ ਕਿਸਾਨ ਜਥੇਬੰਦੀ ਆ ਉਹ ਇਹਨਾਂ ਦਲਤਾਂ ਦੇ ਖਿਲਾਫ ਡਟ ਕੇ ਖੜੀ ਆ, ਜਿਨ੍ਹਾਂ ਦਾ ਲੀਡਰ ਸ਼ਰੇਆਮ ਜਿਹੜਾ ਮਜ਼ਦੂਰਾਂ ਦੇ ਨਾਲ ਧੱਕਾ ਕਰਦਾ, ਧਮਕੀਆਂ ਦਿੰਦਾ ਆ ਕੇ ਹਰ ਗੱਲ ਦੇ ਵਿੱਚ। ਉਹਨਾਂ ਇੱਕ ਪਾਸੇ ਸਮਝੌਤਾ ਕਰਾਉਣ ਲਈ ਇਹ ਕਹਿੰਦਾ ਵੀ ਸਾਨੂੰ ਪਤਾ ਵੀ ਜਿਹੜੇ ਧਨਾੜ ਚੌਧਰੀਆਂ ਨੇ ਜ਼ਿਮੀਂਦਾਰਾਂ ਨੇ ਇਸ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਹ ਗਲਤ ਨੇ, ਤੁਸੀਂ ਇੱਕ ਵਾਰ ਇਹਨਾਂ ਨੂੰ ਫਸਲ ਵੱਢਣ ਦੇ ਦਿਓ, ਅੱਗੇ ਤੋਂ ਅਸੀਂ ਉਹ ਤੁਹਾਡੇ ਵਿਚਕਾਰ ਨਹੀਂ ਆਵਾਂਗੇ। ਤਾਂ ਦੂਜੇ ਪਾਸੇ ਉਹੀ ਚਟਾਨ ਬਣ ਕੇ ਇਹਨਾਂ ਦੀ ਹਮਾਇਤ ਦੇ ਉੱਤੇ ਖੜੇ ਹੋ ਰਹੇ ਨੇ। ਕੀ ਫਿਰ ਡਾਕਟਰ ਦਰਸ਼ਨਪਾਲ ਇਸ ਗੱਲ ਦਾ ਜਵਾਬ ਦੇਣਗੇ ਵੀ ਉਹ ਆਪਣੀ ਜਥੇਬੰਦੀ ਦੇ ਉਹਨਾਂ ਆਗੂਆਂ ਨੂੰ ਹੁਣ ਤੱਕ ਕਿਉਂ ਨਹੀਂ ਨੱਥ ਪਾ ਸਕੇ? ਜੇ ਉਹ ਉਹਨਾਂ ਦੇ ਕਹਿਣੇ ਦੇ ਵਿੱਚ ਨਹੀਂ ਤਾਂ ਉਹਨਾਂ ਤੋਂ ਆਪਦੀ ਜਥੇਬੰਦੀ ਦੇ ਝੰਡੇ ਤੇ ਬੈਚ ਖੋਣ, ਜਾਂ ਫਿਰ ਇਹ ਕ੍ਰਾਂਤੀਕਾਰੀ ਜਿਹੜਾ ਲਾਇਆ ਹੋਇਆ ਆਪਦੀ ਕਿਸਾਨ ਜਥੇਬੰਦੀ ਦੇ ਨਾਲ, ਉਸ ਕ੍ਰਾਂਤੀਕਾਰੀ ਸ਼ਬਦ ਨੂੰ ਹਟਾਉਣ
ਕਿਉਂਕਿ ਕ੍ਰਾਂਤੀਕਾਰੀ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਉਹਨਾਂ ਦੇ ਫਲਸਫੇ ਦੇ ਚੱਲਣ ਵਾਲੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ। ਕ੍ਰਾਂਤੀਕਾਰੀ ਲਿਖ ਕੇ ਕੋਈ ਕ੍ਰਾਂਤੀਕਾਰੀ ਨਹੀਂ ਹੋ ਜਾਂਦਾ। ਇਹ ਕ੍ਰਾਂਤੀਕਾਰੀ ਗੱਲ ਤਾਂ ਬਿਲਕੁਲ ਸਪਸ਼ਟ ਦੁੱਲੜ ਪਿੰਡ ਦੇ ਵਿੱਚ ਨਜ਼ਰ ਆਉਂਦੀ ਆ, ਜਿੱਥੇ ਬਿਲਕੁਲ ਸਪਸ਼ਟ ਪੋਜੀਸ਼ਨ ਇਹਨਾਂ ਦੇ ਸਾਰੇ ਵੱਡੇ ਲੀਡਰਾਂ ਨਾਲ ਗੱਲ ਕਰਨ ਤੋਂ ਬਾਅਦ ਵੀ ਇਹ ਪੋਜੀਸ਼ਨ ਸਪਸ਼ਟ ਹੋ ਗਈ ਬਈ ਮਜ਼ਦੂਰਾਂ ਦਾ ਹੱਕ ਆ ਜਿਹੜਾ ਜਾਇਜ਼ ਆ ਤੇ ਉਹ ਨਜਾਇਜ਼ ਧੱਕਾ ਕਰ ਰਹੇ ਨੇ। ਪਰ ਫਿਰ ਵੀ ਜੇ ਉਹਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਆ ਤਾਂ ਇਹ ਇਸ ਗੱਲ ਦਾ ਸਬੂਤ ਆ ਵੀ ਉਹ ਲੋਕ ਜਿਹੜੇ ਕਿਸਾਨ ਯੂਨੀਅਨਾਂ ਦੇ ਨਾਲ ਕ੍ਰਾਂਤੀਕਾਰੀ ਵੀ ਲਾ ਲੈਂਦੇ ਨੇ, ਜਿਹੜੇ ਇਹ ਦਾਅਵਾ ਕਰਦੇ ਨੇ ਵੀ ਅਸੀਂ ਕਿਸਾਨ ਮਜ਼ਦੂਰ ਏਕਤਾ ਦੇ ਹਾਮੀ ਦੇ ਵਿੱਚ ਆ, ਅਸੀਂ ਇਸ ਗੱਲ ਦੀ ਜਿਹੜੀ ਆ ਉਹ ਪੈਰਵਾਈ ਕਰਦੇ ਆ, ਉਹ ਆਪਦੇ ਉਹਨਾਂ ਲੀਡਰਾਂ ਨੂੰ ਨੱਥ ਕਿਉਂ ਨਹੀਂ ਪਾ ਰਹੇ। ਇਸ ਗੱਲ ਦਾ ਜਵਾਬ ਅਸੀਂ ਡਾਕਟਰ ਦਰਸ਼ਨਪਾਲ ਜੀ ਤੋਂ ਵੀ ਪੁੱਛਣਾ ਚਾਹੁੰਦੇ ਆ ਵੀ ਉਹ ਵੀ ਇਸ ਗੱਲ ਨੂੰ ਸਪਸ਼ਟ ਕਰਨ ਵੀ ਉਹ ਆਪਦੇ ਲੀਡਰਾਂ ਨੂੰ ਰੋਕਣ ਲਈ ਕਿਉਂ ਨਹੀਂ ਤਿਆਰ। ਉਹਨਾਂ ਨਾਲ ਅਸੀਂ ਬੈਠ ਕੇ ਗੱਲ ਕਰਨ ਨੂੰ ਤਿਆਰ ਆ, ਪਰ ਜੇ ਫਿਰ ਵੀ ਉਹ ਆਪਦੇ ਲੀਡਰਾਂ ਰਾਹੀਂ ਇੱਥੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਾਉਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਵੀ ਜਿਹੜਾ ਚਿਹਰਾ ਉਹ ਲੋਕਾਂ 'ਚ ਨੰਗਾ ਕੀਤਾ ਜਾਊ ਵੀ ਕਿਵੇਂ ਜਿਹੜੇ ਕ੍ਰਾਂਤੀਕਾਰੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਨਾਂ ਥੱਲੇ ਉਹ ਦਲਿਤਾਂ ਦੇ ਉੱਤੇ ਜਿਹੜਾ ਉਹ ਅਤਿਆਚਾਰ ਕੀਤਾ ਜਾ ਰਿਹਾ, ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਕਰਕੇ ਅੱਜ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਉਹ ਮੁਜ਼ਾਹਰਾ ਕਰਕੇ ਅਸੀਂ ਡੀਐਸਪੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਵੀ ਉਹਨਾਂ ਨੇ ਉਸ ਐਮਐਲਏ ਦੇ ਇਸ਼ਾਰੇ ਤੇ ਦਲਿਤਾਂ ਨਾਲ ਧੱਕੇਸ਼ਾਹੀ ਕਰਨੀ ਆ ਜਾਂ ਫਿਰ ਸਾਡੇ ਲੋਕਾਂ ਨੂੰ ਜਿਹੜੇ ਬੇਕਸੂਰ ਲੋਕਾਂ ਨੂੰ ਖੇਤਾਂ ਦੇ ਵਿੱਚ ਕੁੱਟਿਆ ਗਿਆ, ਉਹਨਾਂ ਦੀਆਂ ਬਾਹਾਂ ਤੋੜੀਆਂ ਗਈਆਂ, ਉਹਨਾਂ ਦੇ ਸਿਰ ਪਾੜੇ ਗਏ, ਉਹਦਾ ਇਨਸਾਫ ਮਿਲੂਗਾ ਜਾਂ ਫਿਰ ਉਹਨਾਂ ਨੇ ਉਹਨਾਂ ਚੌਧਰੀਆਂ ਦੇ ਹੱਕ ਦੇ ਵਿੱਚ ਖੜਨਾ। ਔਰ ਉਹਦੇ ਲਈ ਅੱਜ ਡੀਐਸਪੀ ਦਫ਼ਤਰ ਵੱਲੋਂ ਜਿਹੜਾ ਸ਼ਹਿਰ ਦੇ ਵਿੱਚ DOK ਅਸੀਂ ਮੁਜ਼ਾਹਰਾ ਲੈ ਕੇ ਜਾ ਰਹੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਵੀ ਹੋਊ ਡੀਐਸਪੀ ਦੀ ਗੱਲਬਾਤ ਤੋਂ ਉਹਦੇ ਹਿਸਾਬ ਨਾਲ ਜਿਹੜਾ ਅਗਲਾ ਐਕਸ਼ਨ ਆ ਉਹ ਲੀਕਾਂਗੇ। ਉਹਦੇ ਖਿਲਾਫ ਜਿਹੜਾ ਉਹ ਵੱਡਾ ਕਾਫਲਾ ਜਿਹੜਾ ਉਹ ਕੱਢ ਕੇ ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ ਬਈ ਜਿਹੜੇ ਐਸੀ ਭਾਈਚਾਰੇ ਦੇ ਲੋਕ ਨੇ ਉਹ ਅੱਜ ਕਮਜ਼ੋਰ ਨਹੀਂ, ਅੱਜ ਉਹਨਾਂ ਦੀ ਉਹ ਸਥਿਤੀ ਨਹੀਂ ਹੈ ਵੀ ਤੁਸੀਂ ਕਹਿ ਦਿੰਦੇ ਹੋ ਵੀ ਇਹਨਾਂ ਦਾ ਬਾਈਕਾਟ ਕਰ ਦਿਓ, ਇਹਨਾਂ ਨੂੰ ਦੱਬ ਲਓ ਇੱਥੇ ਹੀ। ਇਹਨਾਂ ਦੀ ਆਵਾਜ਼ ਨੂੰ ਇਸੇ ਤਰ੍ਹਾਂ ਜਿਹੜਾ ਦੱਬਿਆ ਜਾ ਸਕਦਾ ਜਿਵੇਂ ਬਲਦ ਕਲਾਂ 'ਚ ਹੋਇਆ, ਜਿਵੇਂ ਜਲੂਰ ਦੇ ਵਿੱਚ ਹੋਇਆ, ਜਿਵੇਂ ਤੋਲਿਆਲ 'ਚ ਹੋਇਆ। ਉਹੀ ਗੁੰਡਾਗਰਦੀ ਜਿਹੜੀ ਦੁੱਲੜ ਦੇ ਵਿੱਚ ਅੱਜ ਹੋ ਰਹੀ ਆ, ਉਹਦਾ ਜਵਾਬ ਦੇਣ ਦੇ ਲਈ ਅਸੀਂ ਜਿਹੜੀ ਆਪਦੇ ਵੱਲੋਂ ਪੂਰੀ ਤਿਆਰੀ ਰੱਖਾਂਗੇ। ਇਹਦੇ ਲਈ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਹੋਊਗਾ ਵੀ ਉਹਨੇ ਕਿਹੜੇ ਪਾਸੇ ਨੂੰ ਤੁਰਨਾ, ਇਹ ਉਹ ਫੈਸਲਾ ਕਰ ਲੈਣ ਵੀ ਉਹਨਾਂ ਨੇ ਉਹ ਧੱਕੇਸ਼ਾਹੀ ਕਰਨ ਵਾਲੇ ਲੋਕਾਂ ਦੇ ਹੱਕ ਦੇ ਵਿੱਚ ਖੜਨਾ ਜਾਂ ਫਿਰ ਜਿਹੜੇ ਲੋਕ ਇੱਥੇ ਸੱਚ ਦੇ ਲਈ ਲੜ ਰਹੇ ਨੇ, ਆਪਣੇ ਹਿੱਸੇ ਦੀ ਜ਼ਮੀਨ ਦੇ ਲਈ ਲੜ ਰਹੇ ਨੇ, ਉਹਦੇ ਲਈ ਕਰਨਾ। ਔਰ ਨਾਲ ਦੀ ਨਾਲ ਅਸੀਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਐਸੀ ਭਾਈਚਾਰੇ ਦੇ ਨਾਲ ਹਮਦਰਦੀ ਰੱਖਦੇ ਨੇ, ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਜੇ ਡੰਡੇ ਦਾ ਜਵਾਬ ਡੰਡੇ ਨਾਲ ਦੇਣ ਦੀ ਲੋੜ ਪੈਂਦੀ ਆ ਤਾਂ ਫਿਰ ਕੱਲੀਆਂ ਅਲੱਗ-ਅਲੱਗ ਜਿਹੜੀਆਂ ਕੋਈ ਭੀਮ ਆਰਮੀ, ਕੋਈ ਸੰਵਿਧਾਨ ਬਚਾਉਣ ਵਾਲੀ ਕਮੇਟੀ, ਇਹਨਾਂ ਦੇ ਨਾਂ ਥੱਲੇ ਅਲੱਗ-ਅਲੱਗ ਹੋਣ ਦੀ ਬਜਾਏ ਫਿਰ ਆਓ ਜਿਹੜੇ ਲੋਕ ਡੰਡੇ ਦਾ ਜਵਾਬ ਡੰਡੇ ਨਾਲ ਦੇ ਸਕਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਜੋ ਜਦੋਂ ਕਿਤੋਂ ਵੀ ਕੋਈ ਇਨਸਾਫ ਨਾ ਮਿਲੇ ਤਾਂ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੇ ਕਿਹਾ, ਗੁਰੂ ਸਾਹਿਬ ਨੇ ਵੀ ਜਦੋਂ ਜ਼ੁਲਮ ਦੀ ਅੱਤ ਹੋ ਜਾਵੇ, ਜਦੋਂ ਸਾਡੇ ਕੋਲੇ ਪਿੱਛੇ ਹਟਣ ਲਈ ਹੋਰ ਕੋਈ ਰਾਹ ਨਾ ਹੋਵੇ ਤਾਂ ਫਿਰ ਸਾਨੂੰ ਉਸ ਰੂਪ ਦੇ ਵਿੱਚ ਆਉਣਾ ਪੈਣਾ। ਉਹਦਾ ਜਵਾਬ ਆ ਜਿਹੜਾ ਉਸੇ ਢੰਗ ਨਾਲ ਦੇਣਾ ਚਾਹੀਦਾ ਬਜਾਏ ਇਸ ਦੇ ਵੀ ਅਸੀਂ ਜ਼ੁਲਮ ਸਹੀਏ। ਸਾਨੂੰ ਪਤਾ ਵੀ ਬਹੁਤ ਸਾਰੇ ਲੋਕ ਲੜਨ ਵਾਲੇ ਵੀ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਧਰਨੇ 'ਚ ਬੈਠ ਸਕਦੇ ਨੇ। ਸਾਨੂੰ ਉਹਨਾਂ ਸਾਰੇ ਤਰ੍ਹਾਂ ਦੇ ਲੋਕਾਂ ਦੀ ਲੋੜ ਆ ਔਰ ਅਸੀਂ ਇਹ ਅਪੀਲ ਕਰਦੇ ਹਾਂ ਵੀ ਜੇ ਪ੍ਰਸ਼ਾਸਨ ਇਨਸਾਫ ਨਹੀਂ ਦਿੰਦਾ ਫਿਰ ਆਪ ਇਨਸਾਫ ਲੈਣ ਲਈ ਅਸੀਂ ਉਹਨਾਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਜਿੱਥੇ ਜਿੱਥੇ ਵੀ ਉਹ ਬੈਠੇ ਨੇ ਵੀ ਆਓ ਫਿਰ ਇਨਸਾਫ ਲੈਣ ਲਈ। ਜੇ ਪ੍ਰਸ਼ਾਸਨ ਅੱਖਾਂ ਬੰਦ ਕਰਦਾ ਤਾਂ ਫਿਰ ਆਪਾਂ ਵੀ ਆਪਣਾ ਜਿਹੜਾ ਝੰਡੇ ਦਾ ਡੰਡਾ ਉਹਨੂੰ ਬੁਲੰਦ ਕਰੀਏ ਤੇ ਫਿਰ ਡੰਡੇ ਦਾ ਜਵਾਬ ਡੰਡੇ ਨਾਲ ਦਈਏ, ਫੇਰ ਹੀ ਜਿਹੜਾ ਮਸਲਾ ਉਹ ਹੱਲ ਹੋਣਾ।
ਇਸ ਕਰਕੇ ਇਹ ਸਾਰਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਅਪੀਲ ਆ ਜਿਹੜੇ ਚਾਹੁੰਦੇ ਨੇ ਵੀ ਹੁਣ ਉਸ ਤਰ੍ਹਾਂ ਦੀ ਧੱਕੇਸ਼ਾਹੀ ਆ ਜਿਹੜੀ ਬੰਦ ਹੋਵੇ। ਜਿਵੇਂ ਪਹਿਲਾਂ ਇਹਨਾਂ ਦਾ ਇਹ ਹੁੰਦਾ ਸੀ ਵੀ ਧੱਕੇ ਨਾਲ ਜਿਹਨੂੰ ਮਰਜ਼ੀ ਕੁੱਟ ਲਿਆ, ਜਿਹਨੂੰ ਮਰਜ਼ੀ ਮਾਰ ਲਿਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾ ਲਿਆ। ਉਸ ਚੀਜ਼ ਚੋਂ ਬਾਹਰ ਕੱਢਣ ਦੇ ਲਈ ਅੱਜ ਸ਼ਹਿਰ ਦੇ ਵਿੱਚ ਚਾਹੇ ਜਿਹੜਾ ਇੱਕ ਸ਼ਾਂਤੀਪੂਰਵਕ ਆਪਾਂ ਮੁਜ਼ਾਹਰਾ ਕਰ ਰਹੇ ਹਾਂ ਤੇ ਜੇ ਲੋੜ ਪਈ ਤਾਂ ਕਣਕ ਵੱਢਣ ਲਈ ਅਸੀਂ ਸੱਦਾ ਦੇਵਾਂਗੇ ਸਾਰੇ ਉਹਨਾਂ ਪਿੰਡਾਂ ਨੂੰ ਵੀ ਆਪਦੇ ਪਿੰਡਾਂ ਦੇ ਵਿੱਚੋਂ ਜੋ ਵੀ ਮਿਲਦਾ ਉਹ ਲੈ ਕੇ ਆਪਣੇ ਹਿੱਸੇ ਦੀ ਕਣਕ ਵੱਢਣ ਦੇ ਲਈ ਫਿਰ ਆਪਾਂ ਆਪ ਖੇਤਾਂ ਵੱਲ ਨੂੰ ਚੱਲੀਏ। ਜੇ ਫਿਰ ਪ੍ਰਸ਼ਾਸਨ ਆ ਜਿਹੜਾ ਉਹ ਕੋਈ ਹੱਲ ਨਹੀਂ ਕਰਦਾ, ਇਹ ਕਰਕੇ ਇਹ ਪ੍ਰਸ਼ਾਸਨ ਤੈਅ ਕਰ ਲਵੇ। ਅਸੀਂ ਆਪਣੇ ਇਸ ਚੈਨਲ ਰਾਹੀਂ ਇਹ ਸਪਸ਼ਟ ਕਰਦੇ ਹਾਂ ਵੀ ਜੇ ਪ੍ਰਸ਼ਾਸਨ ਹੱਲ ਨਹੀਂ ਕਰੂ ਤਾਂ ਫਿਰ ਸਾਨੂੰ ਆਪ ਜਿਹੜਾ ਉਸ ਪਾਸੇ ਵੱਲ ਨੂੰ ਵਧਣਾ ਪਊਗਾ, ਜਿਹਦਾ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ MLA ਆ ਜੌੜਾ ਮਾਜਰਾ ਉਹ ਹੋਣਗੇ। ਇਹ ਹੁਣ ਉਹ ਤੈਅ ਕਰ ਲੈਣ ਵੀ ਉਹਨਾਂ ਨੇ ਕਿਸ ਪਾਸੇ ਵੱਲ ਨੂੰ ਚੱਲਣਾ। MLA ਸਮਾਣਾ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, MLA ਸਮਾਣਾ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ। ਇਹ ਲੱਡੂ ਸਰਕਾਰਾਂ ਕਰਦੀਆਂ ਕੀ? ਆਸ ਕਰਦੇ ਹਾਂ ਵੀ ਜਿਹੜੇ ਵੀ ਸਾਥੀ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋਏ ਨੇ ਉਹ ਇਸ ਕੋਲ ਨੂੰ ਅੱਗੇ ਵਧਾਉਣ ਦੇ ਲਈ ਸਾਡੀ ਜਿਹੜੀ ਆ ਜਿਸ ਤਰ੍ਹਾਂ ਦੀ ਵੀ ਮਦਦ ਕਰ ਸਕਦੇ ਨੇ ਉਹ ਸਾਡੀ ਪਿੱਠ ਦੇ ਉੱਤੇ ਰਹਿਣਗੇ। ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਆਪਣੇ ਇਸ ਮਿਸ਼ਨ ਨੂੰ ਪੂਰਾ ਕਰ ਸਕਦੇ ਹਾਂ। ਔਰ ਇਸ ਗੱਲ ਦੀ ਅਸੀਂ ਅਪੀਲ ਕਰਦੇ ਹਾਂ ਵੀ ਬਹੁਤ ਸਾਰੇ ਲੋਕਾਂ ਨੇ ਕੱਲ੍ਹ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਜਨਮ ਦਿਹਾੜਾ ਮਨਾਇਆ, ਬਹੁਤ ਸਾਰੇ ਵੱਡੇ ਵੱਡੇ ਟੈਂਟ ਲਾ ਕੇ, ਸਟੇਜਾਂ ਲਾ ਕੇ ਉਹ ਫੋਟੋਆਂ ਦੇ ਉੱਤੇ ਜਿਹੜੀ ਫੁੱਲ ਭੇਟ ਕੀਤੇ ਨੇ, ਮਾਲਾ ਪਾਈਆਂ ਨੇ, ਪਰ ਕੱਲਾ ਉਸ ਨਾਲ ਨਹੀਂ ਚੱਲਣਾ। ਸਾਨੂੰ ਉਹਨਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਉਹ ਮੈਦਾਨ ਦੇ ਵਿੱਚ ਨਿੱਤਰਨਾ ਪੈਣਾ। ਕੱਲਾ ਸਾਲ ਬਾਅਦ ਦਿਨ ਮਨਾ ਕੇ ਸਾਡਾ ਗੁਜ਼ਾਰਾ ਨਹੀਂ ਹੋਣਾ। ਸਾਨੂੰ ਜਿਹੜਾ ਸੁਪਨਾ ਬਾਬਾ ਸਾਹਿਬ ਅੰਬੇਦਕਰ ਨੇ ਲਿਆ ਸੀ ਵੀ ਮੇਰੇ ਲੋਕਾਂ ਕੋਲ ਜ਼ਮੀਨ ਹੋਵੇ, ਉਹ ਕੱਲੀ ਲੜਾਈ ਰਿਜ਼ਰਵੇਸ਼ਨ ਬਚਾਉਣ ਤੱਕ ਸੀਮਤ ਨਾ ਹੋਵੇ, ਉਹ ਲੜਾਈ ਪੈਦਾਵਾਰੀ ਸਾਧਨਾਂ ਦੇ ਵਿੱਚੋਂ ਹਿੱਸੇਦਾਰੀ ਦੀ ਹੋਵੇ, ਇੱਥੇ ਪ੍ਰਾਪਰਟੀ ਦੀ ਵੰਡ ਦੀ ਹੋਵੇ, ਤਾਂ ਜੋ ਘੱਟੋ ਘੱਟ ਜਿਹੜੇ ਲੋਕ ਅੱਜ ਵੀ ਗੁਰਬਤ ਦੀ ਜ਼ਿੰਦਗੀ ਜਿਉ ਰਹੇ ਨੇ ਉਹਨਾਂ ਨੂੰ ਉਹਦੇ ਚੋਂ ਕੱਢਿਆ ਜਾ ਸਕੇ। ਔਰ ਆਸ ਕਰਦੇ ਹਾਂ ਵੀ ਜਿਹੜੇ ਸਾਥੀ ਜਿੱਥੇ ਜਿੱਥੇ ਵੀ ਬੈਠੇ ਨੇ ਉਹ ਜਿਹੜੇ ਢੰਗ ਨਾਲ ਸਾਡੀ ਜਿਹੜੀ ਮਦਦ ਆ ਉਹ ਕਰ ਸਕਦੇ ਨੇ, ਭਾਵੇਂ ਫਿਰ ਉਹ ਝੰਡੇ 'ਚ ਡੰਡਾ ਪਾ ਕੇ ਸਾਡੇ ਬਰਾਬਰ ਉਹ ਖੇਤ ਦੇ ਵਿੱਚ ਲੜਨ ਦੀ ਲੜਾਈ ਹੋਵੇ, ਚਾਹੇ ਧਰਨੇ ਲਾ ਕੇ ਇਸ ਪ੍ਰਸ਼ਾਸਨ ਨੂੰ ਦੱਬਣ ਦੀ ਗੱਲ ਹੋਵੇ, ਭਾਵੇਂ ਫਿਰ ਉਹ ਕਿਸੇ ਵੀ ਰੂਪ ਦੀ ਲੜਾਈ ਆ, ਉਹਦੇ ਵਿੱਚ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਸਾਡਾ ਜਿਹੜਾ ਸਹਿਯੋਗ ਆ ਉਹ ਦਿਓਗੇ ਤਾਂ ਜੋ ਅਸੀਂ ਉਸ ਮਿਸ਼ਨ ਨੂੰ ਅੱਗੇ ਲੈ ਕੇ ਜਾ ਸਕੀਏ। ਸਾਰਿਆਂ ਦਾ ਧੰਨਵਾਦ।